ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਅਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਅਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਬਾਈਡਨ ਨੇ 1900 ਅਰਬ ਡਾਲਰ ਦੀ ਅਮਰੀਕੀ ਰਾਹਤ ਯੋਜਨਾ ਤੇ ਕੀਤੇ ਦਸਤਖਤ। ਮੌਤਾਂ ਦੇ ਮਾਮਲੇ ਵਿੱਚ ਵਿਸ਼ਵ ਯੁੱਧ ਨਾਲੋਂ ਭਿਆਨਕ ਕਰੋਨਾ ਵਾਇਰਸ। ਬਾਈਡਨ ਲੰਬੇ ਸਮੇਂ ਪਿੱਛੋਂ ਚੀਨ ਨਾਲ ਅਮਰੀਕਾ ਦੀ 18 ਮਾਰਚ ਨੂੰ ਅਲਾਸਕਾ ਦੇ ਇੰਕਰੋਜ਼ ਵਿੱਚ ਆਮੋ ਸਾਹਮਣੇ ਹੋਵੇਗੀ ਗੱਲਬਾਤ। ਅਫਗਾਨਿਸਤਾਨ ਤੋਂ ਫੌਜ ਵਾਪਸੀ ਤੇ ਕੋਈ ਫੈਸਲਾ ਨਹੀਂ। ਬਲਿੰਕਨ। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਵੀਰਵਾਰ ਨੂੰ 1900 ਅਰਬ ਡਾਲਰ ਦੀ ਅਮਰੀਕੀ ਰਾਹਤ ਯੋਜਨਾ ਤੇ ਦਸਤਖਤ ਕੀਤੇ। ਇਸ ਦੇ ਤਹਿਤ ਅਮਰੀਕਾ ਦੇ ਜ਼ਿਆਦਾਤਰ ਲੋਕਾਂ ਨੂੰ 1400 ਡਾਲਰ ਦੀ ਮਦਦ ਦੇਣ ਦੀ ਵੀ ਵਿਵਸਥਾ ਕੀਤੀ ਗਈ ਹੈ। ਬਾਈਡਨ ਨੇ ਇਸ ਨੂੰ ਇੱਕ ਇਤਿਹਾਸਕ ਕਦਮ ਦੱਸਿਆ ਜਿਸ ਨਾਲ ਦੇਸ਼ ਦੀ ਰੀੜ੍ਹ ਦੀ ਹੱਡੀ ਮਜ਼ਬੂਤ ਹੋਵੇਗੀ ਅਤੇ ਦੇਸ਼ ਦਾ ਨਿਰਮਾਣ ਕਰਨ ਵਾਲੇ ਕੰਮਕਾਜੀ ਅਤੇ ਮੱਧਮ ਵਰਗ ਦੇ ਲੋਕਾਂ ਨੂੰ ਮੁੜ ਅੱਗੇ ਵਧਣ ਦਾ ਮੌਕਾ ਮਿਲੇਗਾ। ਵਾਈਟ ਹਾਊਸ ਵਿੱਚ ਬਾਈਡਨ ਨੇ ਪੱਤਰਕਾਰਾਂ ਨੂੰ ਕਿਹਾ ਕਈ ਹਫ਼ਤਿਆਂ ਤੱਕ ਇਸ ਬਿੱਲ ਤੇ ਚਰਚਾ ਤੇ ਬਹਿਸ ਹੋਈ। ਇਹ ਸਪਸ਼ਟ ਹੋ ਗਿਆ ਹੈ ਕਿ ਬਹੁਤ ਵੱਡੀ ਗਿਣਤੀ ਵਿੱਚ ਅਮਰੀਕੀ ਲੋਕ ਭਾਵੇਂ ਉਹ ਡੈਮੋਕ੍ਰੈਟਿਕ ਪਾਰਟੀ ਤੋਂ ਹੋਣ, ਆਜ਼ਾਦ ਹੋਣ ਜਾਂ ਫਿਰ ਰਿਪਬਲਿਕਨ ਪਾਰਟੀ ਤੋਂ ਹੋਣ, ਸਾਰੇ ਅਮਰੀਕੀ ਰਾਹਤ ਯੋਜਨਾ ਦਾ ਮਜ਼ਬੂਤੀ ਨਾਲ ਸਮਰਥਨ ਕਰਦੇ ਨੇ। ਬਾਅਦ ਵਿੱਚ ਰਾਸ਼ਟਰਪਤੀ ਰਾਸ਼ਟਰ ਨੂੰ ਸੰਬੋਧਿਤ ਵੀ ਕਰਨਗੇ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੋਵਿਡ-19 ਕਾਰਨ ਤਾਲਾਬੰਦੀ ਲਗਾਏ ਜਾਣ ਨੂੰ 1 ਸਾਲ ਪੂਰਾ ਹੋ ਗਿਆ ਹੈ। ਇਸ ਮੌਕੇ ਤੇ ਰਾਸ਼ਟਰਪਤੀ ਬਾਈਡਨ ਅਮਰੀਕੀ ਜਨਤਾ ਨਾਲ ਸਿੱਧੇ ਗੱਲਬਾਤ ਕਰਨਗੇ। ਬਾਈਡਨ ਜਨਤਾ ਨੂੰ ਦੱਸਣਗੇ ਕਿ ਉਹਨਾਂ ਦੀ ਟੀਮ ਨੇ ਹੁਣ ਤੱਕ ਕਿਹੜੇ-ਕਿਹੜੇ ਕੰਮ ਕੀਤੇ ਨੇ। ਇਸ ਦੇ ਅਗਲੇ ਹਫ਼ਤੇ ਅਮਰੀਕੀ ਰਾਹਤ ਯੋਜਨਾ ਨੂੰ ਵਧਾਵਾ ਦੇਣ ਲਈ ਬਾਈਡਨ ਅਤੇ ਉਪ ਰਾਸ਼ਟਰਪਤੀ ਦੇਸ਼ ਭਰ 'ਚ ਦੌਰੇ ਤੇ ਜਾਣਗੇ। ਕੋਰੋਨਾ ਵਾਇਰਸ ਲੱਗਦੀ ਬਿਮਾਰੀ ਨੇ ਗਲੋਬਲ ਪੱਧਰ ਤੇ ਤਬਾਹੀ ਮਚਾਈ ਹੋਈ ਹੈ। ਇਸ ਮਹਾਮਾਰੀ ਨਾਲ ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਦੇਸ਼ ਅਮਰੀਕਾ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਅਮਰੀਕਾ ਇਸ ਬੁਰੇ ਦੌਰ ਬਾਰੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਪ੍ਰਤੀਕਿਰਿਆ ਦਿੱਤੀ ਹੈ। ਬਾਈਡਨ ਨੇ ਕੋਰੋਨਾ ਵਾਇਰਸ ਮਹਾਮਾਰੀ ਸੰਬੰਧੀ ਪਹਿਲੀ ਵਾਰ ਦੇਸ਼ ਨੂੰ ਸੰਬੋਧਨ ਕੀਤਾ। ਸੰਬੋਧਨ ਵਿੱਚ ਬਾਈਡਨ ਨੇ ਕਿਹਾ ਕਿ 1 ਸਾਲ ਤੋਂ ਜਾਰੀ ਕੋਰੋਨਾ ਵਾਇਰਸ ਨੇ ਸਾਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਹੈ। ਬਾਈਡਨ ਮੁਤਾਬਕ ਇਹ ਵਾਇਰਸ ਬਹੁਤ ਹੀ ਖਾਮੋਸ਼ੀ ਨਾਲ ਆਇਆ ਅਤੇ ਸਾਰਿਆਂ ਵਿੱਚ ਫੈਲ ਗਿਆ। ਕੁਝ ਦਿਨਾਂ, ਹਫ਼ਤਿਆਂ ਅਤੇ ਮਹੀਨਿਆਂ ਤੱਕ ਅਸੀਂ ਇਸ ਸਥਿਤੀ ਨੂੰ ਟਾਲਦੇ ਰਹੇ। ਅਸੀਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਲਾਪਰਵਾਹੀ ਕਾਰਨ ਬਹੁਤ ਸਾਰੀਆਂ ਮੌਤਾਂ ਹੋ ਗਈਆਂ। ਸਾਡੇ ਵਿੱਚੋਂ ਕਈਆਂ ਨੇ ਆਪਣੇ ਪਿਆਰਿਆਂ ਨੂੰ ਗਵਾ ਦਿੱਤਾ। ਇਸ ਵਾਇਰਸ ਨੇ ਨਾ ਸਿਰਫ ਲੋਕਾਂ ਦੀ ਜਾਨ ਲਈ ਸਗੋਂ ਇਸ ਨੇ ਹਰ ਕਿਸੇ ਤੋਂ ਕੁਝ ਨਾ ਕੁਝ ਖੋਇਆ। ਵਾਇਰਸ ਨੇ ਸਾਨੂੰ ਹਰ ਪੱਖੋਂ ਨੁਕਸਾਨ ਪਹੁੰਚਾਇਆ। ਬਾਈਡਨ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਇਹ ਬਹੁਤ ਮੁਸ਼ਕਿਲ ਅਤੇ ਦੁਖਦਾਈ ਸਮਾਂ ਹੈ। ਮੇਰੀ ਜੇਬ ਵਿੱਚ ਇੱਕ ਕਾਰਡ ਹੈ ਜਿਸ ਵਿੱਚ ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ ਹੈ। ਇਹ ਲੋਕ ਕੋਵਿਡ-19 ਕਾਰਨ ਮਾਰੇ ਗਏ। ਹੁਣ ਤੱਕ ਅਮਰੀਕਾ ਵਿੱਚ ਕੁੱਲ 5,27,726 ਮੌਤਾਂ ਹੋਈਆਂ ਨੇ ਜੋ ਪਹਿਲੇ ਵਿਸ਼ਵ ਯੁੱਧ, ਦੂਜੇ ਵਿਸ਼ਵ ਯੁੱਧ, ਵੀਅਤਨਾਮ ਯੁੱਧ ਅਤੇ 1911 ਤੋਂ ਵੱਧ ਨੇ। ਚੰਗੀ ਗੱਲ ਇਹ ਹੈ ਕਿ ਅਸੀਂ ਸਾਰੇ ਇਸ ਨਾਲ ਲੜ ਪਾਏ ਹਾਂ। ਅਸੀਂ ਲੜ ਰਹੇ ਹਾਂ। ਬਾਈਡਨ ਨੇ ਕਿਹਾ ਕਿ ਅਮਰੀਕਾ ਵਿੱਚ ਸਾਰੇ ਬਾਲਗਾਂ ਨੂੰ 1 ਮਈ ਤੱਕ ਵੈਕਸੀਨ ਦੇ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬਾਈਡਨ ਨੇ ਬੀਤੇ ਦਿਨ 1900 ਅਰਬ ਡਾਲਰ ਦੀ ਅਮਰੀਕੀ ਰਾਹਤ ਯੋਜਨਾ ਤੇ ਦਸਤਖਤ ਕੀਤੇ। ਇਸ ਰਾਹਤ ਪੈਕੇਜ ਨਾਲ ਕੋਰੋਨਾ ਵਾਇਰਸ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਲੋਕਾਂ, ਕਾਰੋਬਾਰੀਆਂ ਨੂੰ ਮਦਦ ਮਿਲੇਗੀ ਅਤੇ ਅਰਥ ਵਿਵਸਥਾ ਨੂੰ ਉਤਸ਼ਾਹ ਮਿਲੇਗਾ। ਲੰਬੇ ਸਮੇਂ ਪਿੱਛੋਂ ਚੀਨ ਨਾਲ ਅਮਰੀਕਾ ਦੀ 18 ਮਾਰਚ ਨੂੰ ਅਲਾਸਕਾ ਦੇ ਇੰਕਰੋਜ਼ ਵਿੱਚ ਆਮੋ ਸਾਹਮਣੇ ਗੱਲਬਾਤ ਹੋਵੇਗੀ। ਅਮਰੀਕਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਉਈਗਰਾਂ ਦੇ ਕਤਲੇਆਮ ਤੇ ਚੀਨ ਨਾਲ ਸਖਤੀ ਨਾਲ ਗੱਲ ਕਰੇਗਾ। ਵਾਰਤਾ ਵਿੱਚ ਤਾਇਵਾਨ, ਤਿੱਬਤ, ਹਾਂਗਕਾਂਗ ਅਤੇ ਦੱਖਣੀ ਚੀਨ ਸਾਗਰ ਵਰਗੇ ਕਈ ਮੁੱਦਿਆਂ ਤੇ ਡਰੈਗਨ ਨੂੰ ਸਥਿਤੀ ਸਾਫ਼ ਕਰਨ ਲਈ ਕਿਹਾ ਜਾਵੇਗਾ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਆਪਣੇ ਹਮਰੁਤਬਾ ਅਧਿਕਾਰੀਆਂ ਨਾਲ ਇਸ ਵਾਰਤਾ ਵਿੱਚ ਹਿੱਸਾ ਲੈਣਗੇ। ਚੀਨ ਵੱਲੋਂ ਚੋਟੀ ਦੇ ਡਿਪਲੋਮੈਟयांग ਜੀਚੀ ਅਤੇ ਸਟੇਟ ਕੌਂਸਲ ਵਾਂਗ ਯੀ ਬੈਠਕ ਵਿੱਚ ਹਿੱਸਾ ਲੈਣਗੇ। ਅਮਰੀਕਾ ਦੇ ਵਿਦੇਸ਼ ਮੰਤਰੀ ਬਲਿੰਕਨ ਨੇ ਕਿਹਾ ਕਿ ਅਲਾਸਕਾ ਵਿੱਚ ਹੋਣ ਜਾ ਰਹੀ ਵਾਰਤਾ ਵਿੱਚ ਸ਼ਿਨਜਿਆਂਗ ਦੇ ਉਈਗਰ ਮੁਸਲਮਾਨਾਂ ਦੇ ਕਤਲੇਆਮ ਮਾਮਲੇ ਵਿੱਚ ਪੂਰੀ ਸਖਤੀ ਨਾਲ ਵਾਰਤਾ ਕੀਤੀ ਜਾਵੇਗੀ। ਇਹ ਭਰੋਸਾ ਉਹਨਾਂ ਨੇ ਅਮਰੀਕੀ ਸੰਸਦ ਵਿੱਚ ਦਿੱਤਾ। ਨਾਲ ਹੀ ਕਿਹਾ ਗਿਆ ਕਿ ਜੇ ਕਤਲੇਆਮ ਦੀ ਗੱਲ ਤੋਂ ਇਨਕਾਰ ਕਰਦਾ ਹੈ ਚੀਨ ਤਾਂ ਉਸ ਤੋਂ ਸੰਯੁਕਤ ਰਾਸ਼ਟਰ ਅਤੇ ਕੌਮਾਂਤਰੀ ਭਾਈਚਾਰੇ ਨੂੰ ਉੱਥੇ ਦਾਖਲ ਹੋਣ ਦੀ ਆਗਿਆ ਦੇਣ ਲਈ ਕਿਹਾ ਜਾਵੇਗਾ।
ਤਾਲਿਬਾਨ ਨਾਲ ਹੋਏ ਅਮਰੀਕੀ ਸਮਝੌਤੇ ਵਿੱਚ 1 ਮਈ ਤੱਕ ਫੌਜ ਦੀ ਵਾਪਸੀ ਦੀ ਡੈਡਲਾਈਨ ਤੈਅ ਕੀਤੀ ਗਈ ਸੀ। ਟਰੰਪ ਪ੍ਰਸ਼ਾਸਨ ਨੇ ਸਮਝੌਤੇ ਤੇ ਦਸਤਖਤ ਕੀਤੇ ਸਨ। ਬਾਈਡਨ ਪ੍ਰਸ਼ਾਸਨ ਇਸ ਦੀ ਸਮੀਖਿਆ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਫੌਜ ਇੱਥੇ 18 ਸਾਲਾਂ ਤੋਂ ਹੈ ਤੇ 2001 ਤੋਂ ਲੈ ਕੇ ਹੁਣ ਤੱਕ ਲਗਭਗ 2400 ਅਮਰੀਕੀ ਫੌਜੀ ਮਾਰੇ ਜਾ ਚੁੱਕੇ ਨੇ। ਬਲਿੰਕਨ ਨੇ ਸੰਸਦ ਦੀ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਦੇ ਸਾਹਮਣੇ ਕਿਹਾ ਕਿ ਉਹ ਕਿਸੇ ਵੀ ਸਮੀਖਿਆ ਤੋਂ ਪਹਿਲੇ ਆਪਣੀ ਰਾਏ ਪ੍ਰਗਟ ਨਹੀਂ ਕਰਨਾ ਚਾਹੁੰਦੇ। ਹਾਲਾਂਕਿ ਅਜੇ ਤੱਕ ਫੌਜ ਦੇ ਸੰਬੰਧ ਵਿੱਚ ਕੋਈ ਫੈਸਲਾ ਨਹੀਂ ਲਿਆ ਗਿਆ, ਪਰੰਤੂ ਅਸੀਂ ਯਤਨ ਕਰ ਰਹੇ ਹਾਂ ਕਿ ਦੋਵਾਂ ਹੀ ਪੱਖਾਂ ਵਿੱਚ ਵਾਰਤਾ ਪਿੱਛੋਂ ਸ਼ਾਂਤੀ ਲਈ ਸਥਾਈ ਸਮਝੌਤਾ ਹੋ ਜਾਵੇ, ਜਿਸ ਨਾਲ ਸਾਰੇ ਪੱਖ ਆਪਣੇ ਸਮਝੌਤੇ ਦਾ ਪਾਲਣ ਕਰ ਸਕਣ। ਅਸੀਂ ਆਪਣੇ ਯਤਨਾਂ ਦੇ ਨਾਲ ਹੀ ਸੰਯੁਕਤ ਰਾਸ਼ਟਰ ਤੇ ਸਾਰੇ ਸੰਬੰਧਿਤ ਦੇਸ਼ਾਂ ਨੂੰ ਯਤਨ ਕਰਨ ਲਈ ਕਿਹਾ ਹੈ। ਦੱਸਣਯੋਗ ਹੈ ਕਿ ਐਤਵਾਰ ਨੂੰ ਅਮਰੀਕਾ ਦੇ ਅਫਗਾਨਿਸਤਾਨ ਵਿੱਚ ਸ਼ਾਂਤੀ ਲਈ ਨਿਯੁਕਤ ਵਿਸ਼ੇਸ਼ ਦੂਤ ਜ਼ਾਲਮੀ ਖਲੀਲਜ਼ਾਦ ਦੀ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਵੀ ਸਾਰੇ ਪਹਿਲੂਆਂ ਤੇ ਵਾਰਤਾ ਹੋਈ ਸੀ। ਅਮਰੀਕੀ ਰੱਖਿਆ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਸ਼ਿਨਜਿਆਂਗ ਸੂਬੇ ਵਿੱਚ ਉਈਗਰ ਮੁਸਲਮਾਨਾਂ ਖਿਲਾਫ ਚੀਨ ਦੇ ਕਤਲੇਆਮ ਤੇ ਅਮਰੀਕਾ ਆਵਾਜ਼ ਬੁਲੰਦ ਕਰਦਾ ਰਹੇਗਾ। ਰਾਸ਼ਟਰਪਤੀ ਜੋ ਬਾਈਡਨ ਦੇ ਅਹੁਦੇ ਸੰਭਾਲਣ ਦੇ ਬਾਅਦ ਅਗਲੇ ਹਫ਼ਤੇ ਚੋਟੀ ਦੇ ਅਮਰੀਕੀ ਅਤੇ ਚੀਨੀ ਅਧਿਕਾਰੀਆਂ ਦੀ ਹੋਣ ਵਾਲੀ ਬੈਠਕ ਤੋਂ ਪਹਿਲਾਂ ਕਈ ਸਾਂਸਦਾਂ ਨੇ ਚੀਨ ਵਿੱਚ ਮਨੁੱਖੀ ਅਧਿਕਾਰਾਂ ਦੀ ਬਦਤਰ ਸਥਿਤੀ ਸੰਬੰਧੀ ਚਿੰਤਾ ਪ੍ਰਗਟ ਕੀਤੀ ਹੈ। ਵਾਈਟ ਹਾਊਸ ਅਤੇ ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਬਲਿੰਕਨ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ, ਚੀਨ ਦੀ ਵਿਦੇਸ਼ ਨੀਤੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ, ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਵਿਦੇਸ਼ ਮਾਮਲਿਆਂ ਦੇ ਪ੍ਰਮੁੱਖ ਯਾਂਗ ਜੇਈਚੀ ਅਤੇ ਸਟੇਟ ਕਾਉਂਸਲਰ ਅਤੇ ਵਿਦੇਸ਼ ਮੰਤਰੀ ਵਾਂਗ ਯੀ ਨਾਲ 18 ਮਾਰਚ ਨੂੰ ਅਲਾਸਕਾ ਦੇ ਐਂਕਰੇਜ ਵਿੱਚ ਵਾਰਤਾ ਕਰਨਗੇ। ਸੰਸਦ ਵਿੱਚ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਮੈਂਬਰਾਂ ਨੂੰ ਬਲਿੰਕਨ ਨੇ ਦੱਸਿਆ ਕਿ ਚੀਨ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਤੇ ਅਮਰੀਕਾ ਬੋਲਣਾ ਜਾਰੀ ਰੱਖੇਗਾ। ਉਹਨਾਂ ਨੇ ਕਿਹਾ, ਇਸ ਮਾਮਲੇ ਵਿੱਚ ਸਾਡਾ ਰੁਖ ਸਪਸ਼ਟ ਹੈ ਅਤੇ ਅਸੀਂ ਇਸ ਨੂੰ ਕਤਲੇਆਮ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਤੌਰ ਤੇ ਦੇਖਦੇ ਹਾਂ। ਅਸੀਂ ਇਸ ਖਿਲਾਫ ਆਵਾਜ਼ ਚੁੱਕਣਾ ਜਾਰੀ ਰੱਖਾਂਗੇ। ਸਾਂਸਦ ਮਾਈਕਲ ਮੈਕਕਾਲ ਨੇ ਪੁੱਛਿਆ ਸੀ ਕਿ ਬਾਈਡਨ ਪ੍ਰਸ਼ਾਸਨ ਇਸ ਕਤਲੇਆਮ ਨੂੰ ਰੋਕਣ ਲਈ ਕਿਹੜੇ ਵਾਧੂ ਕਦਮ ਚੁੱਕ ਰਿਹਾ ਹੈ। ਬਲਿੰਕਨ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਅਸੀਂ ਕਈ ਚੀਜ਼ਾਂ ਕਰ ਸਕਦੇ ਹਾਂ ਤੇ ਅਜਿਹਾ ਕਰਾਂਗੇ ਵੀ। ਸਭ ਤੋਂ ਮਹੱਤਵਪੂਰਨ ਹੈ ਕਿ ਇਸ ਬਾਰੇ ਵਿੱਚ ਬੋਲਣਾ ਜਾਰੀ ਰੱਖੀਏ ਤੇ ਯਕੀਨੀ ਕਰਨਾ ਹੋਵੇਗਾ ਕਿ ਦੂਜੇ ਦੇਸ਼ ਵੀ ਆਵਾਜ਼ ਚੁੱਕਣ। ਚੀਨ ਸਿਰਫ ਸਾਡੀ ਆਵਾਜ਼ ਤੇ ਧਿਆਨ ਨਹੀਂ ਦੇਵੇਗਾ ਜਦੋਂ ਤੱਕ ਕਿ ਦੁਨੀਆ ਭਰ ਤੋਂ ਆਵਾਜ਼ ਨਾ ਉੱਠੇ। ਇਸ ਦੇ ਬਾਅਦ ਦੀ ਤਬਦੀਲੀ ਦੀ ਗੁੰਜਾਇਸ਼ ਹੋਵੇਗੀ। ਉਹਨਾਂ ਨੇ ਕਿਹਾ, ਅਸੀਂ ਕਈ ਤਰ੍ਹਾਂ ਦੇ ਕਦਮ ਚੁੱਕ ਸਕਦੇ ਹਾਂ। ਇਸ ਦੇ ਤਹਿਤ ਕਤਲੇਆਮ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ, ਪਾਬੰਦੀਆਂ ਲਗਾਈਆਂ ਜਾਵੇ ਅਤੇ ਵੀਜ਼ਾ ਤੇ ਵੀ ਪਾਬੰਦੀ ਲਗਾਉਣ ਦਾ ਵਿਕਲਪ ਹੈ। ਮੈਨੂੰ ਲੱਗਦਾ ਹੈ ਕਿ ਜੇਕਰ ਚੀਨ ਦਾਅਵਾ ਕਰਦਾ ਹੈ ਕਿ ਕੁਝ ਨਹੀਂ ਹੋਇਆ ਤਾਂ ਅੰਤਰਰਾਸ਼ਟਰੀ ਭਾਈਚਾਰੇ ਅਤੇ ਸੰਯੁਕਤ ਰਾਸ਼ਟਰ ਨੂੰ ਉੱਥੇ ਜਾਣ ਦਾ ਮੌਕਾ ਦੇਣਾ ਹੋਵੇਗਾ। ਜੇਕਰ ਕੁਝ ਲੁਕਾਉਣ ਲਈ ਨਹੀਂ ਹੈ ਤਾਂ ਸਾਨੂੰ ਦੁਨੀਆ ਨੂੰ ਦਿਖਾਉਣ। ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬੁੱਧ ਦੀ ਤਰ੍ਹਾਂ ਬੈਠੇ ਬੁੱਤ ਇੱਕ ਚੀਨੀ ਈ-ਕਾਮਰਸ ਪਲੇਟਫਾਰਮ ਤੇ ਵੇਚਿਆ ਜਾ ਰਿਹਾ ਹੈ। ਤੰਜ਼ ਕੱਸਦੇ ਹੋਏ ਇਸ ਤੇ ਲੇਬਲ ਲਗਾਇਆ ਗਿਆ ਹੈ। ਟਰੰਪ ਜੋ ਬੁੱਧ ਧਰਮ ਨੂੰ ਕਿਸੇ ਤੋਂ ਵੀ ਵੱਧ ਜਾਣਦਾ ਹੈ, ਚੀ ਹੈ ਜੋ 1999 ਚੀਨੀ ਯੂਆਨ ਯਾਨੀ ਕਰੀਬ 11,180 ਤੇ ਵੇਚੀ ਜਾ ਰਹੀ ਹੈ, ਜਦਕਿ 15 ਫੁੱਟ ਉੱਚੀ ਮੂਰਤੀ ਦੀ ਕੀਮਤ 3,999 ਚੀਨੀ ਯੂਆਨ ਯਾਨੀ ਕਿ 44,770 ਦੇ ਕਰੀਬ ਵੱਧ ਰਹੀ ਹੈ। ਇਹ ਬੁੱਤ ਅਲੀਬਾਬਾ ਦੀ ਮਲਕੀਅਤ ਵਾਲੀ ਈ-ਕਾਮਰਸ ਵੈਬਸਾਈਟ ਦੀ ਇੱਕ ਰਿਪੋਰਟ ਦੇ ਅਨੁਸਾਰ ਟਰੰਪ ਤਬਾਊ ਤੇ ਵਪਾਰ ਦਾ ਇੱਕ ਪ੍ਰਸਿੱਧ ਸਰੋਤ ਹੈ, ਜੋ ਗਾਹਕ ਟਰੰਪ ਦੇ ਫੇਸ ਮਾਸਕ ਮਾਡਲ, ਛੋਟੀਆਂ ਮੂਰਤੀਆਂ, ਟੋਪੀਆਂ ਅਤੇ ਜ਼ੁਰਾਬਾਂ ਖਰੀਦਦੇ ਹਨ। ਚੀਨ ਦੀ ਸਰਕਾਰੀ ਮਲਕੀਅਤ ਵਾਲੇ ਗਲੋਬਲ ਟਾਈਮਜ਼ ਨੇ ਸਭ ਤੋਂ ਪਹਿਲਾਂ ਬੁੱਤ ਬਾਰੇ ਜਾਣਕਾਰੀ ਦਿੱਤੀ ਅਤੇ ਫਿਊਜ਼ੀਅਨ ਸੂਬੇ ਦੇ ਜ਼ਿਆਮਾਨ ਵਿੱਚ ਸਥਿਤ ਫਰਨੀਚਰ ਬਣਾਉਣ ਵਾਲੇ ਨਾਲ ਗੱਲਬਾਤ ਕੀਤੀ, ਜੋ ਆਪਣੀ ਕੰਪਨੀ ਨੂੰ ਫਿਰ ਮਹਾਨ ਬਣਾਉਣਗੇ ਦੇ ਨਾਅਰੇ ਨਾਲ ਮੂਰਤੀ ਨੂੰ ਉਤਸ਼ਾਹਿਤ ਕਰ ਰਿਹਾ ਸੀ। ਵੇਚਣ ਵਾਲੇ ਨੇ ਗਲੋਬਲ ਟਾਈਮਜ਼ ਨੂੰ ਦੱਸਿਆ ਕਿ ਉਹਨਾਂ ਨੇ 100 ਬੁੱਤ ਬਣਾਏ ਹਨ ਅਤੇ ਉਹਨਾਂ ਵਿੱਚੋਂ ਕੋਈ ਦਰਜਨ ਪਹਿਲਾਂ ਵੇਚੇ ਜਾ ਚੁੱਕੇ ਨੇ। ਬਹੁਤੇ ਲੋਕਾਂ ਨੇ ਇਸ ਨੂੰ ਸਿਰਫ ਮਨੋਰੰਜਨ ਲਈ ਖਰੀਦਿਆ ਹੈ। ਦੱਸ ਦਈਏ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਹਾਲ ਹੀ ਵਿੱਚ ਚੋਣਾਂ ਹਾਰ ਗਏ ਅਤੇ ਉਹਨਾਂ ਦੀ ਥਾਂ ਅਮਰੀਕਾ ਵਿੱਚ ਜੋ ਬਾਈਡਨ ਨੂੰ ਨਵਾਂ ਰਾਸ਼ਟਰਪਤੀ ਚੁਣਿਆ ਗਿਆ ਹੈ। ਟਰੰਪ ਇਸ ਚੋਣ ਤੋਂ ਬਾਅਦ ਕਾਫੀ ਸੁਰਖੀਆਂ ਵਿੱਚ ਰਹੇ। ਉਹਨਾਂ ਨੇ ਚੋਣਾਂ ਹਾਰਨ ਮਗਰੋਂ ਚੋਣਾਂ ਵਿੱਚ ਕਪੜੇਬਾਜ਼ੀ ਦੇ ਵੀ ਇਲਜ਼ਾਮ ਲੱਗੇ ਸਨ ਉਹਨਾਂ ਤੇ। ਕੁਝ ਟਰੰਪ ਸਮਰਥਕਾਂ ਨੇ ਅਮਰੀਕਾ ਦੇ ਕੈਪੀਟਲ ਹਿੱਲ ਵਿੱਚ ਜਾ ਕੇ ਹੰਗਾਮਾ ਕੀਤਾ ਤੇ ਹਿੰਸਾ ਵੀ ਫੈਲਾਈ ਸੀ। ਆਸਟ੍ਰੇਲੀਆਈ ਸੰਘੀ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੀ ਮਾਰ ਹੇਠ ਚੰਬੇ ਹਵਾਬਾਜ਼ੀ ਖੇਤਰ ਅਤੇ ਘਰੇਲੂ ਸੈਰ ਸਪਾਟੇ ਨੂੰ ਆਰਥਿਕ ਪੱਖੋਂ ਮਜ਼ਬੂਤੀ ਲਈ $1.2 ਬਿਲੀਅਨ ਦੀ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਸਰਕਾਰ ਵੱਲੋਂ ਲਗਭਗ 8 ਲੱਖ ਹਵਾਈ ਟਿਕਟਾਂ ਦੀ ਕੀਮਤ ਨੂੰ ਅੱਧਾ ਕਰਦੇ ਇਸ ਚਾਲੂ ਮਾਲੀ ਸਾਲ ਦੌਰਾਨ ਘਰੇਲੂ ਛੁੱਟੀਆਂ ਲਈ ਅਪ੍ਰੈਲ ਤੋਂ ਜੁਲਾਈ ਦੇ ਵਿਚਕਾਰ 13 ਖੇਤਰਾਂ ਤੋਂ ਆਉਣ ਵਾਲਿਆਂ ਅਤੇ ਹਵਾਈ ਯਾਤਰੀਆਂ ਲਈ ਟਿਕਟਾਂ ਤੇ 50% ਦੀ ਛੋਟ ਪੇਸ਼ਕਸ਼ ਕੀਤੀ ਹੈ। ਪ੍ਰਧਾਨ ਮੰਤਰੀ ਸਕਾਟ ਮੌਰਿਸਨ ਦਾ ਕਹਿਣਾ ਹੈ ਕਿ ਸਰਕਾਰ ਨੇ ਸੈਰ ਸਪਾਟਾ ਖੇਤਰ ਦੀ ਸਹਾਇਤਾ ਵਿੱਚ ਘਰੇਲੂ ਹਵਾਈ ਯਾਤਰਾ ਲਈ ਸਬਸਿਡੀਆਂ ਤੇ 에ਅਰਲਾਈਨਾਂ ਲਈ ਦੁਬਾਰਾ ਸਰਹੱਦਾਂ ਖੋਲ੍ਹਣ ਦਾ ਮਨ ਬਣਾਇਆ ਹੈ।
ਇਹ ਨਵਾਂ ਪੈਕੇਜ ਕੈਸ਼ ਅਪ ਆਸਟ੍ਰੇਲੀਆਈ ਲੋਕਾਂ ਨੂੰ ਉਤਸ਼ਾਹਿਤ ਕਰੇਗਾ ਜੋ ਆਮ ਤੌਰ ਤੇ ਪਤਝੜ ਅਤੇ ਸਰਦੀਆਂ ਦੇ ਦੌਰਾਨ ਬਾਲੀ ਜਾਂ ਯੂਰਪ ਜਾਂਦੇ ਨੇ। ਹੁਣ ਇਸ ਦੀ ਬਜਾਏ ਪੈਸੇ ਆਪਣੇ ਘਰ 'ਚ ਹੀ ਖਰਚਣਗੇ। ਉਹਨਾਂ ਨੇ ਹੋਰ ਕਿਹਾ ਕਿ ਇਹ ਪੈਕੇਜ ਵਧੇਰੇ ਯਾਤਰੀਆਂ ਨੂੰ ਸਾਡੇ ਹੋਟਲ ਅਤੇ ਕੈਫੇ ਤੱਕ ਲੈ ਕੇ ਜਾਵੇਗਾ। ਉਹ ਯਾਤਰਾ ਕਰਨਗੇ ਅਤੇ ਇਹ ਰਿਆਇਤੀ ਕਿਰਾਏ ਅਪ੍ਰੈਲ ਤੋਂ 에ਅਰਲਾਈਨ ਦੀਆਂ ਵੈਬਸਾਈਟਾਂ ਤੇ ਫਿਕਰੀ ਲਈ ਉਪਲਬਧ ਹੋਣਗੇ ਅਤੇ ਔਸਤਨ ਮੈਲਬੌਰਨ ਤੋਂ ਗੋਲਡ ਕੋਸਟ ਜਾਣ ਵਾਲੀ ਇੱਕ ਉਡਾਨ $60 ਤੱਕ ਸਸਤਾ ਹੋ ਸਕਦੀ ਹੈ ਅਤੇ ਆਵਾਜਾਈ ਨੂੰ 40% ਤੱਕ ਵਧਾ ਸਕਦੀ ਹੈ। ਉਪ ਪ੍ਰਧਾਨ ਮੰਤਰੀ ਮਾਈਕਲ ਮੈਕਕॉर्मैक ਅਨੁਸਾਰ ਇਹ ਪੈਕੇਜ ਸਾਡੇ ਲੋਕਾਂ ਨੂੰ ਘਰੇਲੂ ਯਾਤਰਾ ਕਰਨ ਲਈ ਉਤਸ਼ਾਹਿਤ ਕਰਨ ਤੋਂ ਇਲਾਵਾ ਸਾਡੀਆਂ ਕੌਮਾਂਤਰੀ 에ਅਰਲਾਈਨਾਂ ਅਤੇ ਉਹਨਾਂ ਦੇ ਬੁਨਿਆਦੀ ਢਾਂਚੇ ਦੀ ਕਾਰਜਸ਼ੀਲਤਾ 'ਚ ਵਾਧਾ ਕਰੇਗਾ। ਦੱਸਣਯੋਗ ਹੈ ਕਿ ਕੌਮਾਂਤਰੀ ਹਵਾਬਾਜ਼ੀ ਦੀ ਮੁੜ ਬਹਾਲੀ ਸਮੇਂ ਕੰਤਾਸ ਅਤੇ ਵਰਜਿਨ ਨੂੰ 8600 ਅੰਤਰਰਾਸ਼ਟਰੀ ਫਲਾਈਟ ਕਰਮਚਾਰੀਆਂ ਲਈ ਨੌਕਰੀ ਅਤੇ ਜਹਾਜ਼ਾਂ ਨੂੰ ਦੁਬਾਰਾ ਸੇਵਾ ਸ਼ੁਰੂ ਕਰਨ ਲਈ ਸਰਕਾਰ ਇਸੇ ਰਾਹਤ ਪੈਕੇਜ 'ਚ ਸਹਾਇਤਾ ਪ੍ਰਦਾਨ ਕਰੇਗੀ। ਪਰ ਸੈਰ ਸਪਾਟਾ ਦੇ ਬੁਲਾਰੇ ਡੌਨ ਫਰੈਲਰ ਨੇ ਕਿਹਾ ਕਿ ਮੌਰਿਸਨ ਸਰਕਾਰ ਮੰਦੀ ਦੀ ਮਾਰ ਹੇਠ ਪਰੇਸ਼ਾਨ ਪਰਿਵਾਰਾਂ ਨੂੰ ਆਸਟ੍ਰੇਲੀਆ ਦੇ ਸੈਰ ਸਪਾਟਾ ਉਦਯੋਗ ਨੂੰ ਬਚਾਉਣ ਲਈ ਆਪਣਾ ਪੈਸਾ ਖਰਚ ਕਰਨ ਲਈ ਕਰ ਰਹੀ ਹੈ। ਉਹ ਖੁਦ ਅਜਿਹਾ ਕਰਨ ਲਈ ਤਿਆਰ ਨਹੀਂ ਹੈ। ਉਧਰ ਸਰਕਾਰ ਦਾ ਮੰਨਣਾ ਹੈ ਕਿ ਘਰੇਲੂ ਯਾਤਰਾ ਯੋਜਨਾ ਦੀ ਸਫਲਤਾ ਇਸ ਗੱਲ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਕਿ ਸੰਬੰਧਿਤ ਸੂਬਿਆਂ ਦੇ ਮੁੱਖ ਮੰਤਰੀ ਆਪਣੇ ਰਾਜ ਦੀਆਂ ਸਰਹੱਦਾਂ ਨੂੰ ਭਵਿੱਖ ਵਿੱਚ ਖੁੱਲ੍ਹਾ ਰੱਖਣ ਅਤੇ ਯਾਤਰੀ ਸੇਵਾਵਾਂ ਪ੍ਰਦਾਨ ਕਰਨ ਲਈ ਢੁਕਵਾਂ ਮਾਹੌਲ ਸਿਰਜਣਗੇ। ਵਿਦਿਆ ਇੱਕ ਅਜਿਹਾ ਗਹਿਣਾ ਹੈ ਜਿਸ ਦੀ ਪ੍ਰਾਪਤੀ ਲਈ ਇਨਸਾਨ ਨੂੰ ਸਖਤ ਮਿਹਨਤ ਕਰਨੀ ਪੈਂਦੀ ਹੈ। ਵਿਦੇਸ਼ਾਂ 'ਚ ਰਹਿਣ ਵਾਲੇ ਪੰਜਾਬੀਆਂ ਭਾਰਤੀਆਂ ਲਈ ਇਸ ਗਹਿਣੇ ਦੀ ਵਿਸ਼ੇਸ਼ ਮਹੱਤਤਾ ਹੈ। ਇਟਲੀ ਦੇ ਸੂਬੇ ਲਾਸੀਓ ਦੇ ਸ਼ਹਿਰ ਚਿਸਤਰੇਨਾ ਦੇ ਲਾਤੀਨਾ ਦੀ ਵਸਨੀਕ ਅਤੇ ਪਿਤਾ ਨਛੱਤਰ ਸਿੰਘ ਮਾਨ ਤੇ ਮਾਤਾ ਜਸਪਾਲ ਕੌਰ ਮਾਨ ਦੀ ਲਾਡਲੀ ਸੀ ਪਵਨਦੀਪ ਮਾਨ ਨੇ ਆਪਣੀ ਮੈਡੀਕਲ ਖੇਤਰ ਦੀ ਪੜ੍ਹਾਈ ਪੂਰੀ ਕਰਕੇ ਡਿਗਰੀ ਹਾਸਲ ਕਰ ਲਈ ਹੈ। ਵਿਦਿਆਰਥਣ ਪਵਨਦੀਪ ਮਾਨ ਨੇ ਕਿਹਾ ਕਿ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਕਿਉਂਕਿ ਪਰਮਾਤਮਾ ਦੀ ਕਿਰਪਾ ਸਦਕਾ ਉਸ ਦਾ ਸੁਪਨਾ ਪੂਰਾ ਹੋ ਗਿਆ। ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਮੰਗੇਵਾਲ ਨਾਲ ਸੰਬੰਧਿਤ ਪਵਨਦੀਪ ਮਾਨ ਪਰਿਵਾਰ ਸਮੇਤ ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਚਿਸਤਰੇਨਾ ਤੇ ਲਾਤੀਨਾ ਵਿੱਚ ਰਹਿ ਰਹੀ ਹੈ। ਉਸਨੇ ਕਿਹਾ ਕਿ ਉਸਨੂੰ ਇਸ ਮੁਕਾਮ ਤੇ ਪਹੁੰਚਾਉਣ ਲਈ ਉਸਦੇ ਮਾਤਾ-ਪਿਤਾ ਪਰਿਵਾਰ ਨੇ ਪੂਰਾ ਸਹਿਯੋਗ ਦਿੱਤਾ। ਛਤਰ ਸਿੰਘ ਮਾਨ ਨੇ ਕਿਹਾ ਕਿ ਸਾਡਾ ਸਿਰ ਮਾਨ ਨਾਲ ਉੱਚਾ ਹੋ ਗਿਆ ਹੈ। ਰਾਜਕੁਮਾਰ ਵਿਲੀਅਮ ਨੇ ਆਪਣੇ ਭਰਾ ਰਾਜਕੁਮਾਰ ਹੈਰੀ ਤੇ ਭਾਬੀ ਮੇਗਨ ਮਾਰਕਲ ਵੱਲੋਂ ਲਾਏ ਨਸਲਵਾਦ ਦੇ ਇਲਜ਼ਾਮਾਂ ਤੇ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦਾ ਬਚਾਅ ਕਰਦਿਆਂ ਕਿਹਾ ਕਿ ਉਹਨਾਂ ਦਾ ਪਰਿਵਾਰ ਨਸਲਵਾਦ ਦਾ ਬਿਲਕੁਲ ਸਮਰਥਨ ਨਹੀਂ ਕਰਦਾ। हैरी ਤੇ मेगन ने ओपरा विनफ्रे ਨੂੰ ਦਿੱਤੇ ਇੰਟਰਵਿਊ 'ਚ ਖੁਲਾਸਾ ਕੀਤਾ ਹੈ ਕਿ ਸ਼ਾਹੀ ਪਰਿਵਾਰ ਲਈ ਇੱਕ ਵਿਅਕਤੀ ਨੇ ਉਹਨਾਂ ਦੇ ਬੇਟੇ ਆਰਚੀ ਦੀ ਨਸਲ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ। ਉਦੋਂ ਤੋਂ ਇਹ ਮਾਮਲਾ ਬ੍ਰਿਟੇਨ ਮੀਡੀਆ 'ਚ ਛਾਇਆ ਹੋਇਆ ਹੈ। ਵਿਲੀਅਮ ਨੇ ਕਿਹਾ ਸਾਡਾ ਪਰਿਵਾਰ ਨਸਲਵਾਦ ਦਾ ਬਿਲਕੁਲ ਸਮਰਥਨ ਨਹੀਂ ਕਰਦਾ। ਵਿਲੀਅਮ ਤੇ ਜਦੋਂ ਪੁੱਛਿਆ ਗਿਆ ਕਿ ਉਹਨਾਂ ਨੇ ਆਪਣੇ ਭਰਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਜਵਾਬ ਦਿੱਤਾ ਕਿ ਅਜੇ ਗੱਲ ਨਹੀਂ ਕੀਤੀ ਪਰ ਮੈਂ ਗੱਲ ਕਰਨ ਦੀ ਯੋਜਨਾ ਬਣਾ ਰਿਹਾ ਹਾਂ। ਹਰਿਆਣਾ 'ਚ ਮਨੋਹਰ ਲਾਲ ਖੱਟੜ ਸਰਕਾਰ ਭਾਵੇਂ ਹੀ ਕਾਂਗਰਸ ਵੱਲੋਂ ਲਿਆਏ ਗਏ ਬੇਭਰੋਸਗੀ ਮਤੇ ਨੂੰ ਵੱਡੇ ਫਰਕ ਨਾਲ ਜਿੱਤਣ 'ਚ ਸਫਲ ਰਹੀ ਪਰ ਕਿਸਾਨ ਸੰਗਠਨਾਂ ਦਾ ਗੁੱਸਾ ਹਾਲੇ ਵੀ ਬਰਕਰਾਰ ਹੈ। ਹੁਣ ਕਿਸਾਨ ਸੰਗਠਨਾਂ ਨੇ ਭਾਜਪਾ ਜੇਜੇਪੀ ਦੀ ਗੱਠਜੋੜ ਸਰਕਾਰ ਨੂੰ ਸਮਰਥਨ ਦੇਣ ਵਾਲੇ ਵਿਧਾਇਕਾਂ ਦੇ ਬਾਈਕਾਟ ਦੀ ਅਪੀਲ ਕੀਤੀ। ਇੰਨਾ ਹੀ ਨਹੀਂ ਅੰਬਾਲਾ 'ਚ ਸਥਾਨਕ ਵਿਧਾਇਕ ਅਸੀਮ ਗੋਇਲ ਦੇ ਘਰ ਦੇ ਬਾਹਰ ਵੀ ਕਿਸਾਨ ਸੰਗਠਨਾਂ ਨਾਲ ਜੁੜੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਅਸਲ 'ਚ ਭਰੋਸਾ ਮਤੇ ਤੇ ਬਹਿਸ ਦੌਰਾਨ ਅਸੀਮ ਗੋਇਲ ਨੇ ਆਪਣੇ ਭਾਸ਼ਣ 'ਚ 26 ਜਨਵਰੀ ਨੂੰ ਹਿੰਸਾ ਕਰਨ ਵਾਲੇ ਲੋਕਾਂ ਨੂੰ ਐਂਟੀ ਨੈਸ਼ਨਲ ਦੱਸਿਆ। ਇਸ ਤੋਂ ਬਾਅਦ ਵਿਧਾਇਕਾਂ ਨੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਉਹ JNU ਦੇ ਕੁਝ ਵਿਦਿਆਰਥੀਆਂ ਵੱਲੋਂ ਕੀਤੀ ਗਈ ਵਿਵਾਦਗ੍ਰਸਤ ਨਾਅਰੇਬਾਜ਼ੀ ਕਹਿ ਰਹੇ ਸਨ ਅਤੇ ਉਹਨਾਂ ਨੇ ਕਿਸਾਨਾਂ ਨੂੰ ਟਾਰਗੇਟ ਨਹੀਂ ਕੀਤਾ ਸੀ। ਅਸੀਮ ਗੋਇਲ ਤੋਂ ਇਲਾਵਾ ਆਜ਼ਾਦ ਵਿਧਾਇਕ ਗੋਪਾਲ ਗੋਇਲ ਕਾਂਡ ਦੇ ਘਰ ਦੇ ਬਾਹਰ ਵੀ ਪ੍ਰਦਰਸ਼ਨ ਦੀ ਗੱਲ ਸਾਹਮਣੇ ਆਈ। ਸੰਯੁਕਤ ਕਿਸਾਨ ਮੋਰਚਾ ਦੇ ਇੱਕ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਅਸੀਂ ਕੱਲ ਸਾਰੇ ਵਿਧਾਇਕਾਂ ਨੂੰ ਅਪੀਲ ਕੀਤੀ ਸੀ ਕਿ ਅਸੀਂ ਹਮੇਸ਼ਾ ਤੁਹਾਨੂੰ ਵੋਟਾਂ ਪਾਈਆਂ, ਇਸ ਵਾਰ ਤੁਸੀਂ ਸਾਡੇ ਲਈ ਵੋਟਾਂ ਪਾਓ ਪਰ ਉਹਨਾਂ ਨੇ ਪੂੰਜੀਵਾਦ ਦੇ ਸਮਰਥਨ 'ਚ ਵੋਟ ਪਾਈ। ਹੁਣ ਭਵਿੱਖ ਵਿੱਚ ਜਦ ਉਹ ਸਾਡੇ ਪਿੰਡ ਆਉਣਗੇ ਤਾਂ ਅਸੀਂ ਉਹਨਾਂ ਦਾ ਸੋਸ਼ਲ ਬਾਈਕਾਟ ਕਰਾਂਗੇ। ਇਹਨਾਂ ਲੋਕਾਂ ਨੂੰ ਕਿਸੇ ਆਯੋਜਨ 'ਚ ਨਹੀਂ ਸੱਦਾਂਗੇ। ਜੇ ਉਹ ਆਉਣ ਦੀ ਕੋਸ਼ਿਸ਼ ਕਰਨਗੇ ਤਾਂ ਉਹਨਾਂ ਨੂੰ ਆਉਣ ਨਹੀਂ ਦਿੱਤਾ ਜਾਵੇਗਾ। ਸੰਸਦ ਰਵਨੀਤ ਸਿੰਘ ਬਿੱਟੂ ਸੰਸਦ ਸੈਸ਼ਨ ਦੌਰਾਨ ਲੋਕ ਸਭਾ 'ਚ ਕਾਂਗਰਸ ਪਾਰਟੀ ਦੀ ਅਗਵਾਈ ਕਰਨਗੇ। ਲੋਕ ਸਭਾ 'ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਤੇ ਉਪ ਆਗੂ ਗੌਰਵ ਗੋਗੋਈ ਵਿਧਾਨ ਸਭਾ ਚੋਣਾਂ 'ਚ ਰੁੱਝੇ ਹੋਏ ਨੇ। ਇਸ ਕਾਰਨ ਰਵਨੀਤ ਸਿੰਘ ਬਿੱਟੂ ਲੋਕ ਸਭਾ 'ਚ ਕਾਂਗਰਸ ਦੇ ਆਗੂ ਬਣ ਗਏ ਨੇ। ਅਧੀਰ ਰੰਜਨ ਚੌਧਰੀ ਨੇ ਲੋਕ ਸਭਾ ਪ੍ਰਧਾਨ ਨਾਲ ਗੱਲਬਾਤ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ। ਲੋਕ ਸਭਾ ਸੰਸਦ ਮੈਂਬਰ ਔਕੜ ਕਾਂਗਰਸ ਦੇ ਮੁੱਖ ਸੁਚੇਤਕ ਰਵਨੀਤ ਸਿੰਘ ਬਿੱਟੂ ਖੇਤੀ ਕਾਨੂੰਨਾਂ ਤੇ ਸਰਕਾਰ ਖਿਲਾਫ ਨਾਅਰੇ ਲਾਉਣ ਕਾਰਨ ਚਰਚਾ 'ਚ ਰਹੇ। ਲੋਕ ਸਭਾ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਦੌਰਾਨ
ਦੌਰਾਨ ਲੋਕ ਸਭਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਕੇਂਦਰੀ ਪੱਖ 'ਚ ਪੁੱਜੇ ਤੇ ਨਾਅਰੇਬਾਜ਼ੀ ਕਰਨ ਲੱਗੇ। ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ 'ਚ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਬਿੱਟੂ ਕਾਲੇ ਕਾਨੂੰਨ ਵਾਪਸ ਲਓ ਦਾ ਨਾਅਰਾ ਲਾਉਂਦੇ ਹੋਏ ਕੇਂਦਰੀ ਪੱਖ ਤੋਂ ਬਾਹਰ ਚਲੇ ਗਏ। ਬਿੱਟੂ ਨੇ ਉਸ ਦੌਰਾਨ ਸਵਾਲ ਕੀਤਾ ਸੀ ਕਿ ਕਿਸਾਨ ਆਗੂਆਂ ਖਿਲਾਫ ਮਾਮਲੇ ਕਿਉਂ ਦਰਜ ਕੀਤੇ ਜਾ ਰਹੇ ਨੇ, ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਇਸ ਸੰਸਦ 'ਚ ਚੁੱਕਣਗੇ ਉਹਨਾਂ ਦਾ ਜ਼ੁਰਮ ਕੀ ਹੈ। ਕਿਸਾਨ ਆਗੂ ਆਪਣੇ ਲਈ ਨਹੀਂ ਬਲਕਿ ਕਿਸਾਨਾਂ ਨਾਲ ਲੜ ਰਹੇ ਹਨ। ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਾਰੀ ਕਿਸਾਨ ਅੰਦੋਲਨ ਨੂੰ ਦਸੰਬਰ ਤੱਕ ਚਲਾਉਣ ਦੀ ਤਿਆਰੀ ਹੈ। ਭਾਰਤੀ ਕਿਸਾਨ ਯੂਨੀਅਨ ਨੇ ਕਿਸਾਨਾਂ ਨੂੰ ਧਰਨੇ ਵਾਲੀ ਥਾਂ ਤੇ ਗਰਮੀਆਂ ਅਤੇ ਬਾਰਿਸ਼ ਦੋਵਾਂ ਮੌਸਮਾਂ ਨੂੰ ਧਿਆਨ ਵਿੱਚ ਰੱਖਦਿਆਂ ਟੈਂਟ ਲਗਾਉਣ ਨੂੰ ਕਿਹਾ ਤਾਂ ਜੋ ਆਉਣ ਵਾਲੇ ਮੌਸਮ ਵਿੱਚ ਉਹਨਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਭਾਰਤੀ ਕਿਸਾਨ ਯੂਨੀਅਨ ਦੇ ਅਨੁਸਾਰ ਸਰਕਾਰ ਨੇ ਅਜੇ ਤੱਕ ਗੱਲਬਾਤ ਲਈ ਕਿਸਾਨਾਂ ਨੂੰ ਕੋਈ ਸੱਦਾ ਨਹੀਂ ਭੇਜਿਆ, ਜਿਸ ਤੋਂ ਸਰਕਾਰ ਦੀ ਨੀਅਤ ਸਪਸ਼ਟ ਹੁੰਦੀ ਹੈ। ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਗਾਜੀਪੁਰ ਬਾਰਡਰ ਤੇ ਧਰਨੇ ਤੇ ਬੈਠੇ ਕਿਸਾਨਾਂ ਨੂੰ ਲੰਬੇ ਸਮੇਂ ਤੋਂ ਚੱਲਣ ਵਾਲੇ ਅੰਦੋਲਨ ਲਈ ਤਿਆਰ ਰਹਿਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਇਹ ਅੰਦੋਲਨ ਨਵੰਬਰ-ਦਸੰਬਰ ਤੱਕ ਖਿੱਚਿਆ ਜਾ ਸਕਦਾ ਹੈ, ਇਸ ਲਈ ਮੌਸਮ ਦੇ ਅਨੁਸਾਰ ਧਰਨੇ ਵਾਲੀ ਥਾਂ ਤੇ ਟੈਂਟ ਬਣਾਏ ਜਾਣ। ਰਾਸ਼ਟਰੀ ਬੁਲਾਰੇ ਨੇ ਕਿਹਾ ਕਿ ਅੰਦੋਲਨ ਕਾਰਨ ਦੇਸ਼ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ, ਬਲਕਿ ਨੁਕਸਾਨ ਤਾਂ ਰੇਲ ਵੇਚਣ ਅਤੇ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਹਟਾਉਣ ਨਾਲ ਹੋਵੇਗਾ। ਉਹਨਾਂ ਨੇ ਅੰਦੋਲਨ ਦੌਰਾਨ ਕਿਸਾਨ ਖੇਤਾਂ ਵਿੱਚ ਕੰਮ ਕਰ ਰਿਹਾ ਹੈ, ਉਹ ਦੇਸ਼ ਦੇ ਲੋਕਾਂ ਨੂੰ ਭੁੱਖਾ ਨਹੀਂ ਰਹਿਣ ਦੇਵੇਗਾ। ਉਹਨਾਂ ਦੱਸਿਆ ਕਿ 26 ਮਾਰਚ ਨੂੰ ਬੰਦ ਨੂੰ ਸਫਲ ਬਣਾਉਣ ਲਈ ਟਰਾਂਸਪੋਰਟਰਾਂ ਅਤੇ ਦੁਕਾਨਦਾਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਦੀ ਰਣਨੀਤੀ ਨੂੰ ਦੁਹਰਾਉਂਦਿਆਂ ਦੱਸਿਆ ਗਿਆ ਹੈ ਕਿ 15 ਮਾਰਚ ਨੂੰ ਕਿਸਾਨ ਕਾਰਪੋਰੇਟ ਵਿਰੋਧ ਦਿਵਸ ਮਨਾਉਣਗੇ। 17 ਮਾਰਚ ਨੂੰ ਟ੍ਰੇਡ ਯੂਨੀਅਨ ਨਾਲ ਮਿਲ ਕੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਇੱਕ ਰਣਨੀਤੀ ਤਿਆਰ ਕੀਤੀ ਜਾਵੇਗੀ। 19 ਮਾਰਚ ਨੂੰ FCI ਅਤੇ ਖੇਤੀ ਬਚਾਓ ਪ੍ਰੋਗਰਾਮ ਤਹਿਤ ਦੇਸ਼ ਭਰ ਦੀਆਂ ਮੰਡੀਆਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਸ਼ਹੀਦੀ ਦਿਵਸ ਮੌਕੇ ਯੂਥ ਕਿਸਾਨ ਅੰਦੋਲਨ ਦੀ ਜ਼ਿੰਮੇਵਾਰੀ ਸੰਭਾਲਣਗੇ। 26 ਮਾਰਚ ਨੂੰ ਭਾਰਤ ਬੰਦ ਰਹੇਗਾ ਤੇ 28 ਮਾਰਚ ਨੂੰ ਹੋਲਿਕਾ ਦਹਨ ਵਿੱਚ ਨਵੇਂ ਕਿਸਾਨ ਵਿਰੋਧੀ ਕਾਨੂੰਨਾਂ ਦੀ ਇੱਕ ਕਾਪੀ ਸਾੜ ਕੇ ਵਿਰੋਧ ਕੀਤਾ ਜਾਵੇਗਾ ਤੇ ਅਗਲੇ ਦਿਨ ਫੁੱਲਾਂ ਦੀ ਹੋਲੀ ਖੇਡੀ ਜਾਵੇਗੀ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।